ਫਾਸਟਵੇ ਟੀਵੀ ਦੇਖਦੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਇਹ ਤੁਸੀਂ ਪਹਿਲੀ ਵਾਰੀ ਸੁਣਦੇ ਹੋਵੋਗੇ ਕਿ ਵਰਲਡ ਦੇ ਵਿੱਚ ਜਿੰਨੇ ਵੀ ਪੋਲੀਟੀਕਲ ਲੀਡਰ ਨੇ ਉਹ ਆਪਣੇ ਦੇਸ਼ ਦੀ ਰਾਖੀ ਜ਼ਰੂਰ ਕਰਦੇ ਨੇ, ਆਪਣੇ ਦੇਸ਼ ਦੇ ਲੋਕਾਂ ਨਾਲ ਗਦਾਰੀ ਨਹੀਂ ਕਰਦੇ। ਪਰ ਅੱਜ ਵਰਲਡ ਦੇ ਵਿੱਚ ਪਹਿਲੇ ਨੰਬਰ ਤੇ ਇੰਡੀਆ ਦੇ ਪੋਲੀਟੀਕਲ ਲੀਡਰ ਆਉਂਦੇ ਨੇ ਜੋ ਕਿ ਗਦਾਰੀ ਆਪਣੇ ਦੇਸ਼ ਦੇ ਲੋਕਾਂ ਦੇ ਨਾਲ ਕਰਦੇ ਨੇ। ਹੁਣ ਤੁਸੀਂ ਦੱਸੋ ਕਿ ਜੀ ਕਹਿੰਦੇ ਜੇ ਲੋਕਤੰਤਰ ਦੇਸ਼ ਆ, ਇਹ ਲੋਕਾਂ ਦੀ ਬਣਾਈ ਸਰਕਾਰ ਹੁੰਦੀ ਆ। ਜੇ ਲੋਕਾਂ ਦੀ ਬਣਾਈ ਹੋਈ ਸਰਕਾਰ ਹੁੰਦੀ ਆ ਤਾਂ ਅੱਜ ਸੜਕਾਂ ਦੇ ਉੱਤੇ ਦੇਸ਼ ਦੇ ਲੋਕ ਹੀ ਫਿਰਦੇ ਨੇ। ਕਹਿੰਦੇ ਨੇ ਜੀ ਇਹ ਕਾਨੂੰਨ ਨੇ ਜਿਹੜੇ ਬਣਾਏ ਤਿੰਨ, ਇਹਨਾਂ ਨੂੰ ਅਲੱਗ ਕਰ ਦਿਓ, ਕੈਂਸਲ ਕਰ ਦਿਓ। ਉਹਦੇ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਠੰਡ ਦੇ ਵਿੱਚ ਬੈਠੇ ਨੇ, ਇੰਨੀ ਠੰਡ ਦੇ ਵਿੱਚ ਬੈਠੇ ਨੇ। ਪਰ ਜਿਹੜੇ ਇੰਡੀਆ ਦੇ ਹੁਕਮਰਾਜ ਨੇ, ਜਿਹੜੇ ਇੰਡੀਆ ਦੇ ਪੋਲੀਟੀਕਲ ਲੀਡਰ ਨੇ, ਉਹ ਇਹ ਕਹਿੰਦੇ ਨੇ ਜੀ ਅਸੀਂ ਇਹ ਕਾਨੂੰਨ ਅਲੱਗ ਨਹੀਂ ਕਰਨੇ, ਅਸੀਂ ਇਹਦੇ ਵਿੱਚ ਥੋੜੀ ਬਹੁਤੀ ਸੋਧ ਕਰ ਦਾਂਗੇ। ਤੁਸੀਂ ਦੱਸੋ ਵੀ ਜੇ ਲੋਕਤੰਤਰ ਦੇਸ਼ ਆ, ਜੇ ਲੋਕਾਂ ਦੀ ਬਣਾਈ ਹੋਈ ਸਰਕਾਰ ਆ ਤਾਂ ਲੋਕਾਂ ਦੀ ਗੱਲ ਕਿਉਂ ਨਹੀਂ ਮੰਨਦੀ? ਇੱਥੇ ਇਹ ਸਾਬਤ ਜ਼ਰੂਰ ਹੁੰਦਾ ਪੂਰੇ ਵਰਲਡ ਦੇ ਸਾਹਮਣੇ ਕਿ ਇੰਡੀਆ ਦੇ ਵਿੱਚ ਲੋਕਤੰਤਰ ਬਿਲਕੁਲ ਨਹੀਂ ਹੈਗਾ। ਲੋਕਤੰਤਰ ਨਹੀਂ ਹੈ, ਈਵੀਐਮ ਦਾ ਤੰਤਰ ਆ। ਈਵੀਐਮ ਮਸ਼ੀਨਾਂ ਦੀ ਛਤਰਛਾਇਆ ਦੇ ਨਾਲ ਸਰਕਾਰ ਚੁਣੀ ਜਾਂਦੀ ਆ ਕਿ ਜਿਨ੍ਹਾਂ ਨੂੰ ਲੋਕ ਚੁਣਦੇ ਨੇ ਉਹ ਤਾਂ ਸਾਹਮਣੇ ਹੀ ਨਹੀਂ ਆਉਂਦੇ, ਕਿ ਜਿਹਨੂੰ ਲੋਕ ਵੋਟ ਪਾਉਂਦੇ ਨੇ ਉਹ ਤਾਂ ਦਿਖਾਈ ਨਹੀਂ ਦਿੰਦੇ, ਕਿਉਂਕਿ ਲੋਕਾਂ ਦੀ ਵੋਟ ਉਹ ਇਸਤੇਮਾਲ ਨਹੀਂ ਹੁੰਦੀ। ਇੱਥੇ ਈਵੀਐਮ ਮਸ਼ੀਨਾਂ ਦੀ ਕਲਾਕਾਰੀ ਇਸਤੇਮਾਲ ਕੀਤੀ ਜਾਂਦੀ ਆ। ਇਸ ਕਰਕੇ ਅੱਜ ਲੋਕਾਂ ਦੇ ਉੱਤੇ ਜ਼ੁਲਮ ਕੀਤਾ ਜਾਂਦਾ। ਜੇ ਨਰਿੰਦਰ ਮੋਦੀ ਨੂੰ ਲੋਕਾਂ ਨੇ ਵੋਟ ਪਾਈ ਹੁੰਦੀ ਤਾਂ ਅੱਜ ਆਹ ਹਾਲਤ ਨਹੀਂ ਹੁੰਦੀ ਸੀ ਜਿਹੜੀ ਦੇਸ਼ ਦੀ ਅੱਜ ਸਾਹਮਣੇ ਆਈ ਹੋਈ ਆ। ਕਿਉਂਕਿ ਇਹ ਹਾਲਤ ਤਾਦੀ ਬਣੀ ਆ ਦੇਸ਼ ਦੇ ਲੋਕਾਂ ਦੀ ਕਿ ਦੇਸ਼ ਦੇ ਲੋਕਾਂ ਨੇ ਨਰਿੰਦਰ ਮੋਦੀ ਨੂੰ ਵੋਟ ਨਹੀਂ ਪਾਈ। ਅੱਜ ਗਿਣ ਬਦਲੇ ਲੈਂਦਾ ਇਹ ਅੱਤਵਾਦੀ, ਇਹ ਕੁੱਤਾ ਅੱਜ ਜ਼ੁਲਮ ਕਰ ਰਿਹਾ ਲੋਕਾਂ ਦੇ ਉੱਤੇ। ਕਿਉਂ ਜੀ? ਮੈਨੂੰ ਤੁਸੀਂ ਵੋਟ ਨਹੀਂ ਪਾਈ, ਤੁਹਾਡੇ ਦੇ ਉੱਪਰ ਮੈਂ ਜ਼ੁਲਮ ਕਰੂੰਗਾ। ਅੱਜ ਜੋ ਦੇਸ਼ ਦੇ ਮਾੜੇ ਹਾਲਾਤ ਬਣੇ ਨੇ, ਇੰਨੇ ਬੁਰੇ ਹਾਲਾਤ ਬਣੇ ਨੇ ਕਿ ਇਦਾਂ ਦੇ ਹਾਲਾਤ ਵਰਲਡ ਦੇ ਵਿੱਚ ਕਿਸੇ ਵੀ ਮੁਲਕ ਦੇ ਨਹੀਂ ਹੈ ਜਿੰਨੇ ਅੱਜ ਮਾੜੇ ਹਾਲਾਤ ਭਾਰਤ ਦੇ, ਇੰਡੀਆ ਦੇ ਨੇ, ਜੋ ਕਿ ਨਰਿੰਦਰ ਮੋਦੀ ਅੱਤਵਾਦੀ ਨੇ ਬਣਾਏ ਨੇ। ਇਹ ਐਡਾ ਕੁੱਤਾ ਅੱਤਵਾਦੀ ਆ, ਲੋਕਾਂ ਨੂੰ ਜਾਤਾਂ ਪਾਤਾਂ ਊਚ ਨੀਚ ਵੰਡਦਾ, ਆਪਣੀਆਂ ਕਾਰਸਤਾਨੀਆਂ ਕਰਦਾ, ਈਵੀਐਮ ਮਸ਼ੀਨਾਂ ਦੇ ਨਾਲ ਹਰੇਕ ਮੇਰੀ ਸੱਤਾ ਦੇ ਵਿੱਚ ਆਉਂਦਾ। ਉਹ ਕਿਹੜੇ ਲੋਕ ਨੇ? ਜਿਹੜਾ ਕਹਿੰਦਾ ਸੀ ਮੇਰਾ 2.5 ਕਿਲੋ ਦਾ ਹੱਥ ਆ, ਉਹਦਾ ਹੱਥ ਅੱਜ ਟੁੱਟ ਗਿਆ 2.5 ਕਿਲੋ ਦਾ, ਅੱਜ ਉਹਦੀ ਜ਼ੁਬਾਨ ਨਹੀਂ ਖੁੱਲਦੀ। ਕਿਉਂ ਨਹੀਂ ਲੋਕਾਂ ਦੀ ਹਮਾਇਤ ਦੇ ਵਿੱਚ ਆਉਂਦਾ ਉਹ? ਫਿਰ ਜਿਹੜਾ ਕਹਿੰਦਾ ਸੀ ਮੈਂ ਬੜਾ ਫਕੀਰ ਆਦਮੀ ਆ, ਮੈਂ ਪੰਜਾਬੀ ਮੇਰੀ ਮਾਂ ਬੋਲੀ ਆ, ਜਬਲੀਆਂ ਮਾਰਦਾ ਸੀ, ਅੱਜ ਉਹ ਕਿੱਥੇ ਆ? ਉਹ ਵੀ ਸਾਹਮਣੇ ਨਹੀਂ ਆਉਂਦਾ। ਜਿਹੜੇ ਹੋਰ ਲੋਕ ਕਹਿੰਦੇ ਸੀ ਅਸੀਂ ਪੰਜਾਬੀ ਮਾਂ ਬੋਲੀ ਬਕਵਾਸ ਕਰਦੇ ਸੀ, ਉਹ ਵੀ ਨਹੀਂ ਅੱਜ ਕਾਫੀ ਲੋਕ ਨੇ ਜਿਹੜੇ ਸਾਹਮਣੇ ਨਹੀਂ ਆਏ। ਅੱਜ ਲੱਖਾਂ ਹੀ ਲੋਕ ਧਰਨਿਆਂ ਦੇ ਵਿੱਚ ਨੇ, ਪੂਰੀ ਦਿੱਲੀ ਨੂੰ ਘੇਰਾ ਪਾਇਆ ਹੋਇਆ ਤੇ ਘੇਰਾ ਪਾ ਵੀ ਰਹੇ ਨੇ। ਪੂਰੇ ਭਾਰਤ ਦੇ ਵਿੱਚੋਂ ਲੋਕ ਦਿੱਲੀ ਨੂੰ ਅਜੇ ਵੀ ਜਾਈ ਜਾ ਰਹੇ ਨੇ ਤੇ ਆਪਣਾ ਯੋਗਦਾਨ ਪਾ ਰਹੇ ਨੇ, ਸੱਚ ਦੇ ਹੰਭੀ ਬਣ ਰਹੇ ਨੇ, ਜ਼ੁਲਮ ਦਾ ਵਿਰੋਧ ਕਰ ਰਹੇ ਨੇ। ਪਰ ਬਾਹਰਲੇ ਮੁਲਕਾਂ ਦੇ ਪ੍ਰਧਾਨ ਮੰਤਰੀ ਵੀ ਨਰਿੰਦਰ ਮੋਦੀ ਦਾ ਹੁਣ ਵਿਰੋਧ ਕਰਦੇ ਨੇ ਕਿ ਜੀ ਆਹ ਜਿਹੜਾ ਜ਼ੁਲਮ ਲੋਕਾਂ ਦੇ ਉੱਤੇ ਕਰਦਾ, ਇਹ ਜ਼ੁਲਮ ਇਹਨੂੰ ਨਹੀਂ ਕਰਨਾ ਚਾਹੀਦਾ। ਸਾਰੀਆਂ ਕੰਟਰੀਆਂ ਵਿੱਚੋਂ ਲੋਕ ਵਿਰੋਧ ਕਰਦੇ ਨੇ ਨਰਿੰਦਰ ਮੋਦੀ ਦਾ। ਜਿਹੜੇ ਬਾਬੇ ਸੱਚ ਹੱਕ ਦੀ ਗੱਲ ਕਰਨ ਵਾਲੇ ਮੂੰਹ ਬੰਦ ਕਰੀ ਬੈਠੇ ਨੇ, ਉਹਨਾਂ ਨੂੰ ਮੂੰਹ ਜ਼ਰੂਰ ਖੋਲਣਾ ਚਾਹੀਦਾ। ਪੰਜਾਬ ਦੇ ਵਿੱਚੋਂ ਜੱਥੇ ਇਕੱਠੇ ਹੋ ਕੇ ਦਿੱਲੀ ਨੂੰ ਗਏ ਨੇ, ਉਹ ਵੀ ਤੁਹਾਨੂੰ ਨਿਊਜ਼ ਦਿਖਾਣੇ ਆ। ਜੋ ਧਰਨਿਆਂ 'ਚ ਬੈਠੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੀ ਬੋਲਿਆ, ਉਹ ਵੀ ਤੁਹਾਨੂੰ ਦਿਖਾਣੇ ਆ। ਬਾਕੀ ਅੱਜ ਜੋ ਕੈਪਟਨ ਕਹਿੰਦਾ ਜੀ ਕੱਲ ਮੈਂ ਦਿੱਲੀ ਨੂੰ ਜਾਣਾ, ਦਿੱਲੀ ਜਾ ਕੇ ਮੈਂ ਗੱਲ ਕਰੂੰਗਾ, ਉਹ ਤਾਂ ਗੱਲ ਕੀ ਕਰਨੀ ਆ ਗਦਾਰਾ? ਤੈਨੂੰ ਪਤਾ ਤਾਂ ਹੈਗਾ ਸਾਰੀ ਗੱਲ ਦਾ। ਇਹ ਤਾਂ ਸਿਰਫ ਇੱਕ ਡਰਾਮੇ ਰਚਦੇ ਹੋ। ਦੇਸ਼ ਦੇ ਤੁਸੀਂ ਗਦਾਰ ਹੋ, ਭਾਵੇਂ ਕੈਪਟਨ ਹੋਵੇ ਜਾਂ ਬਾਦਲ ਹੋਵੇ ਜਾਂ ਜਿਹੜੇ ਹੋਰ ਵੀ ਕਈ ਪੋਲੀਟੀਕਲ ਲੀਡਰ ਨੇ, ਇਹਨਾਂ ਨੇ ਗਦਾਰੀਆਂ ਹੀ ਕਰਨੀਆਂ ਨੇ। ਪਹਿਲਾਂ ਤੋਂ ਹੀ ਗਦਾਰੀਆਂ ਕਰਦੇ ਆਏ ਨੇ, ਹੁਣ ਵੀ ਇਹਨਾਂ ਨੇ ਅੱਗੇ ਗਦਾਰੀਆਂ ਹੀ ਕਰਨੀਆਂ ਨੇ। ਕਿਉਂਕਿ ਇਹ ਲੋਕਾਂ ਦੇ ਹੰਭੀ ਨਹੀਂ ਹੈਗੇ, ਇਹ ਦੇਸ਼ ਦੇ ਗਦਾਰ ਨੇ। ਜਿਹੜਾ ਪੋਲੀਟੀਕਲ ਲੀਡਰਾਂ ਨੇ ਦੇਸ਼ ਦੀ ਤਰੱਕੀ ਲਈ ਯੋਗਦਾਨ ਪਾਇਆ ਉਹ ਤਾਂ ਦੁਨੀਆ ਦੇ ਸਾਹਮਣੇ ਆ। ਇਹਨਾਂ ਨੇ ਕਿਹੜਾ ਯੋਗਦਾਨ ਪਾਇਆ? ਦੇਸ਼ ਦੀ ਬਰਬਾਦੀ ਕੀਤੀ ਹੈ ਇਹਨਾਂ ਨੇ, ਹੋਰ ਕੁਝ ਨਹੀਂ ਕੀਤਾ। ਅਜੇ ਦੇਖਦੇ ਜਾਓ, ਇਹਨਾਂ ਨੇ ਬਹੁਤ ਗਦਾਰੀਆਂ ਕਰਨੀਆਂ ਨੇ, ਅੱਗੇ ਬਹੁਤ ਚਾਲਾਂ ਖੇਡਣੀਆਂ ਨੇ। ਇਹਨਾਂ ਨੇ ਤਾਂ ਗਦਾਰੀ ਕਰਨੀ ਆ। ਇਹਨਾਂ ਕੋਲੇ ਕੋਈ ਟੀਵੀ ਚੈਨਲ ਵੀ ਨੇ ਜਿਨ੍ਹਾਂ ਨੇ ਗਦਾਰੀ ਹੀ ਕਰਨੀ ਆ। ਉਹਨਾਂ ਨੇ ਵੀ ਹੁਣ ਜ਼ੋਰ ਹੋਰ ਲਾਉਣਾ ਕਿ ਕਿੱਦਾਂ ਗਦਾਰੀ ਕੀਤੀ ਜਾਵੇ। ਪਰ ਉਹਨਾਂ ਦੀ ਗਦਾਰੀ ਦਾ ਪਰਦਾ ਫਾਸਟ ਅਸੀਂ ਕਰਾਂਗੇ। ਸਾਨੂੰ ਪਤਾ ਕਿ ਗਦਾਰੀ ਉਹ ਕਿੱਦਾਂ ਹੋਰ ਭਾਰਤ ਦੇ ਲੋਕਾਂ ਨਾਲ ਗਦਾਰੀ ਕਰ ਸਕਦੇ ਨੇ।
ਅੱਜ ਦੀ ਕੀ ਅਪਡੇਟ ਨਿਊਜ਼ ਆ, ਹੁਣ ਆਪਾਂ ਉਹ ਦੇਖਦੇ ਹਾਂ, ਆਓ ਦੇਖੀਏ। उस संघर्ष ਦੇ ਵਿੱਚ ਸ਼ਾਮਲ ਹੋ ਰਹੇ ਨੇ। मैं भी ਜਿਹੜਾ ਹਾਂ ਆੜ੍ਹਤੀ ਦੇ ਤੌਰ ਤੇ ਉੱਥੇ ਸ਼ਾਮਲ ਹੋ ਰਿਹਾ। ਸਾਡੇ ਸਾਰੇ ਕਿਸਾਨ ਭਰਾ ਨੇਗੇ, ਕਿਉਂਕਿ ਕਿਸਾਨੀ ਸਾਡਾ ਜਿਹੜਾ ਹੈ ਬੇਸ ਹੈ, ਸਾਡੀ ਜੜ ਕਿਸਾਨੀ ਹੈ। ਔਰ ਇਸ ਕਰਕੇ ਅੱਜ ਕਿਸਾਨ ਸੰਘਰਸ਼ ਦੇ ਵਿੱਚ ਹਮਾਇਤ ਦੇਣ ਦੇ ਲਈ ਅਸੀਂ ਹਜ਼ਾਰਾਂ ਦੀ ਤਾਦਾਦ ਵਿੱਚ ਉਸ ਕਾਫਲੇ 'ਚ ਸ਼ਾਮਲ ਹੋ ਰਹੇ ਹਾਂ ਤੇ ਉਹਨਾਂ ਨੂੰ ਸਮਰਥਨ ਦੇ ਲਈ ਜਾ ਰਹੇ ਹਾਂ ਕਿ ਜਿੰਨਾ ਚਿਰ ਕੇਂਦਰ ਸਰਕਾਰ ਇਹਨਾਂ ਬਿੱਲਾਂ ਨੂੰ ਵਾਪਸ ਨਹੀਂ ਲੈਂਦੀ, ਅਸੀਂ ਤੁਹਾਡੇ ਸੰਘਰਸ਼ ਤੁਹਾਡੇ ਨਾਲ ਹਾਂ, ਭਾਵੇਂ ਉਹਦੇ ਲਈ ਸਾਨੂੰ ਕਿਸੇ ਹੱਦ ਤੱਕ ਵੀ ਜਾਣਾ ਪਵੇ। ਸਿਰਫ ਸੰਗਤ 'ਚ ਬੈਠ ਕੇ ਆਮ ਕਿਸਾਨਾਂ ਵਾਂਗੂ ਉਸ ਪ੍ਰਦਰਸ਼ਨ ਵਿੱਚ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਹਾਂ। ਤੇ ਇੱਕ ਨਾਦਰਸ਼ਾਹੀ ਫਰਮਾਨ ਜਿਹੜਾ ਜਾਰੀ ਕੀਤਾ ਹੈ ਕੇਂਦਰ ਵੱਲੋਂ, ਕਿਉਂਕਿ ਜਿਸ ਕਿਸਾਨ ਲਈ ਇਹ ਕਾਨੂੰਨ ਬਣਾਇਆ ਹੈ, ਜੇ ਉਸ ਨੂੰ ਇਹ ਕਾਨੂੰਨ ਹੀ ਪਸੰਦ ਨਹੀਂ ਆ ਤਾਂ ਫਿਰ ਇਹ ਕਾਨੂੰਨ ਦਾ ਫਾਇਦਾ ਵੀ ਕੀ ਹੈ। ਸਰ ਉਹ 6-6 ਮਹੀਨਿਆਂ ਦਾ ਰਾਸ਼ਨ ਲੈ ਕੇ ਗਏ ਨੇ ਵੀ। ਸਾਡੇ ਪਰਿਵਾਰ ਵਿੱਚੋਂ ਮੇਰੇ ਚਾਚਾ ਜੀ ਆਉਂਦੇ ਨੇ, ਸਾਡੀ ਜੁਆਇੰਟ ਫੈਮਿਲੀ ਹੈ ਤੇ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਪਿੱਛੋਂ ਅਸੀਂ ਸਾਰਾ ਸੰਭਾਲ ਰਹੇ ਹਾਂ ਉਹਨਾਂ ਦੇ ਪਿੱਛੋਂ, ਜਿਵੇਂ ਮੱਝਾਂ ਨੂੰ ਕੱਖ ਪਾਉਣੇ, ਧਾਰਾ ਕੱਢਣੀਆਂ। ਪਰ ਸਾਨੂੰ ਬਹੁਤ ਖੁਸ਼ੀ ਹੈ ਵੀ ਉਹ ਸਾਡੇ ਹੱਕਾਂ ਪਿੱਛੇ ਲੜ ਰਹੇ ਨੇ। ਵੀ ਜਿੰਨਾ ਚਿਰ ਜੰਗ ਜਿੱਤਿਆ ਨਹੀਂ ਜਾਂਦਾ ਅਸੀਂ ਪੁੱਠੇ ਨਹੀਂ ਮੁੜਦੇ ਹੈਗੇ, ਵੀ ਪੁੱਠੇ ਅਸੀਂ ਫੇਰ ਵਾਪਸ ਮੁੜਨਾ। ਜਿੰਨਾ ਚਿਰ ਸਾਡੇ ਕਾਇ ਕਾਨੂੰਨ ਠੀਕ ਨਹੀਂ ਹੁੰਦੇ ਹੈਗੇ ਉਹਨਾਂ ਚਿਰ ਵਾਪਸ ਨਹੀਂ ਲੈਂਦੇ ਹੈਗੇ, ਉਹਨਾਂ ਚਿਰ ਅਸੀਂ ਪੁੱਠਾ ਨਹੀਂ ਮੁੜਨਾ ਹੈਗਾ। ਅਸੀਂ ਆਪ ਵੀ ਜਾਣ ਨੂੰ ਤਿਆਰ ਹਾਂ, ਸਾਨੂੰ ਕੋਈ ਡੰਗਰਾਂ ਦੀ ਦਿੱਕਤ ਹੀ ਨਹੀਂ ਹੈਗੀ। ਹਾਂ, ਮੈਂ ਕਹਿਣਾ ਚਾਹੁੰਦੀ ਹਾਂ ਵੀਰੇ, ਅਸੀਂ ਬਹੁਤ ਤੰਗ ਪਰੇਸ਼ਾਨ ਹੋ ਰਹੇ ਹਾਂ। ਦੇਖ ਸਾਡੇ ਬੰਦੇ ਉੱਥੇ ਬੈਠੇ ਨੇ, ਉੱਤੋਂ ਠੰਡ ਪੈ ਰਹੀ ਹੈ ਬਹੁਤ ਜ਼ਿਆਦਾ, ਵੀ ਆਪਾਂ ਘਰਾਂ 'ਚ ਦੇਖ ਕਿੰਨੇ ਰਜਾਈਆਂ ਗੁਦੜੇ ਲੈ ਕੇ ਪੈਂਦੇ ਆ, ਵੀ ਇਹ ਬਹੁਤ ਔਖੇ ਹੋ ਰਹੇ ਨੇ। ਪਰ ਜੇ ਸਾਡੀ ਵੀ ਲੋੜ ਪਊਗੀ ਵੱਧ ਤੋਂ ਵੱਧ ਚੜ੍ਹ ਕੇ ਅਸੀਂ ਵੀ ਉੱਥੇ ਹੀ ਜਾਵਾਂਗੇ। ਹੁਣ ਅਸੀਂ ਪੁੱਠੇ ਨਹੀਂ ਮੁੜਦੇ ਹੈਗੇ, ਵੀ ਜੋ ਵੀ ਸਾਤੋਂ ਬਣੂਗਾ ਉਹਨਾਂ ਅਸੀਂ ਕਰਕੇ ਹਟਾਂਗੇ। ਹੁਣ ਨੇ ਅਸੀਂ ਜੇ ਹੋਰ ਮਦਦ ਦੀ ਲੋੜ ਪਈ ਤਾਂ ਅਸੀਂ ਆਪ ਵੀ ਜਾਵਾਂਗੇ, ਜਿੱਥੇ ਤੱਕ ਸਾਨੂੰ ਹੈਗਾ ਵੀ ਸਪੋਰਟ ਕਰਾਂਗੇ, ਸਾਂਭ ਲਾਂਗੇ। ਪਰ ਸਾਨੂੰ ਇਸ ਟਾਈਮ ਆਪਣੇ ਹੱਕਾਂ ਦੇ ਲਈ ਖੜਨਾ ਜ਼ਰੂਰੀ ਹੈ ਤੇ ਇਸ ਲਈ ਦਿੱਲੀ ਦੇ ਵਿੱਚ ਉਹਨਾਂ ਦੀ ਜ਼ਰੂਰਤ ਉੱਥੇ ਜ਼ਿਆਦਾ ਹੈ। ਤੇ ਉਹਦੇ ਵਿੱਚ ਵੀ ਦੇਖੋ ਕਿੰਨੀ ਠੰਡ ਦੇ ਵਿੱਚ ਵਿਚਾਰੇ ਬਜ਼ੁਰਗ ਕਿੰਨੇ ਬੈਠੇ ਨੇ ਉੱਥੇ, ਕਿੰਨੀ ਮੁਸ਼ਕਲ ਦੇ ਵਿੱਚ ਵਿਚਾਰੇ ਕਿਵੇਂ ਖਾਣਾ ਪਾਣੀ ਬਣਾਉਂਦੇ ਹੋਣਗੇ, ਕਿਵੇਂ ਮਤਲਬ ਕਿਵੇਂ ਪ੍ਰਬੰਧ ਕਰਦੇ ਹੋਣਗੇ। ਇਹਦੇ ਵਿੱਚ ਸਾਨੂੰ ਵੀ ਬਹੁਤ ਤਕਲੀਫ ਹੋ ਰਹੀ ਆ। ਸਾਡਾ ਵੀ ਸਰਦਾ ਨਹੀਂ ਜੇ ਅਸੀਂ ਉੱਥੇ ਜ਼ਰੂਰ ਜਾਵਾਂਗੇ ਜੇ ਤਾਂ ਲੋੜ ਪਈ। ਤੇ ਤੁਹਾਨੂੰ ਪਤਾ ਹੀ ਹੈ ਜੀ, ਘਰ ਦੇ ਵਿੱਚ ਸਭ ਦੀ ਮੁਸ਼ਕਲ ਦੂਰ ਹੋਣੀ ਚਾਹੀਦੀ ਹੈ। ਇਹ ਉਹਨਾਂ ਚਿਰ ਤਾਂ ਜੀ ਮੁੜਨ ਦਾ ਮਸਲਾ ਹੀ ਨਹੀਂ ਹੈਗਾ ਸਾਡੇ ਇਹ ਬੰਦਿਆਂ ਦਾ। ਬਦਲ ਕੇ ਵੀ ਜਾਵਾਂਗੇ, ਅਸੀਂ ਸਾਰਾ ਕੁਝ ਕਰਾਂਗੇ ਜੀ। ਜਿੰਨੇ ਦਿਨ ਉਹਨਾਂ ਨੂੰ ਲੋੜ ਆ ਉੱਥੇ ਉਹ ਰਹਿਣਗੇ, ਉਦੋਂ ਬਾਅਦ ਜਦ ਸਾਡੀ ਡਿਊਟੀ ਲਾਉਣਗੇ ਅਸੀਂ ਵੀ ਰਹਾਂਗੇ ਜੀ। ਭਾਵੇਂ ਸਾਲ ਲੱਗੇ ਉੱਥੇ, ਭਾਵੇਂ 6 ਮਹੀਨੇ ਲੱਗਣ ਜੀ, ਜਿੰਨਾ ਵੀ ਟਾਈਮ ਲੱਗੂਗਾ ਉਹਨਾਂ ਚਿਰ ਅਸੀਂ ਐਨ ਡਟ ਕੇ ਲਾਵਾਂਗੇ। ਜਿੰਨਾ ਚਿਰ ਸਾਡਾ ਹੱਕ ਮਿਲਦਾ ਨਹੀਂ ਹੈਗਾ ਇਹ ਉਹਨਾਂ ਚਿਰ ਅਸੀਂ ਮੁੜਦੇ नहीं जी। आपके इस घटनों ने एकजुट होकर यूनानिमसली ये डिसाइड किया है, चीजों को जो सेक्शन वाइज वो मांगते हैं हम देंगे उनको लिखकर, लेकिन एक एक पॉइंट के नीचे हम लिखेंगे, इसलिए हम इनको रद्द करना चाहते हैं। ये 7 या 10 पेज का हम उनको लिखकर भेज देंगे। सरकार की मर्जी है कि हमारी बात माने, अगर नहीं मानेंगी तो ये आंदोलन जो उनको हमने बताया है कि हमारा आंदोलन ऐसे ही जारी रहेगा। हमारी डिमांड है कि केंद्र गवर्नमेंट स्पेशल पार्लियामेंट सेशन बुला के इन 3 कानूनों को रिपील करे, रद्द करे। वो हम उनको बताएंगे, उसमें ज्यादा टाइम नहीं लगेगा। हमारे पास रिटर्न है, रिटर्न दे देंगे लगातार। और हमने साथ ये भी कहा, अगर आप डिस्कशन करना चाहते हो दिन रात बैठो, 2 दिन बैठो, 3 दिन बैठो, 4 दिन बैठो, लेकिन इस बैठने के साथ हमारा संघर्ष जो है टीकरी बॉर्डर में यहाँ ये जारी रहेगा। और हम ये बता दें आपको कि यहीं जारी नहीं रहेगा, ये पूरे देश में फैल जाएगा और बाकी जो बॉर्डर है दिल्ली के वो भी सील हो जाएंगे और चोकिंग ऑफ दिल्ली है ज़्यादा हो जाएगी। तो इसके आगे मैं बताना चाहता हूँ कि आज हमारे संगठनों ने केरला से लेके यूपी तक, इधर राजस्थान से लेकर उड़ीसा तक सब के जो प्रांतों के लोग हैं आए हुए, उन्होंने एक ज्वाइंट मीटिंग किया है। और उस ज्वाइंट मीटिंग में सब ने कहा है कि हम ये जो संयुक्त किसान मोर्चा है इसके बैनर और इसकी लीडरशिप में इस संघर्ष को आगे लेके जाएंगे। और आगे लेके जाने से जो तय हुआ है वहाँ कि ये संयुक्त किसान मोर्चा अब पूरे जो कल तक पंजाब के संगठनों को इनवाइट करते थे, उन्होंने फाइनल किया है कि अब देश के संगठनों के रिप्रेजेंटेटिव भी उस जो बातचीत है उसमें जाएंगे। लास्ट बट नॉट द लीस्ट ये है कि इस मीटिंग के साथ साथ आज टिकैत जी से भी हमारी मुलाकात हुई, बैठक हुई है, अभी भी चलेगी। और टिकैत जी ने बोला है
कि हम आपके साथ हैं, जो कहोगे करोगे, जो फैसला दोगे हम उसी को इम्प्लीमेंट करेंगे और एक साथ मिलकर इस संघर्ष को आगे बढ़ाएंगे। और ये जो आज हमने किया है, कल को हम कारपोरेट, खासकर अंबानी कारपोरेट पूरे उसके विरोध में एक कॉल दे रहे हैं कि पूरे देश में मनाया जाए इसको। और 5 तारीख को पूरे देश में मोदी गवर्नमेंट और रिलायंस और अंबानी और अडानी कॉरपोरेट्स विशेषकर और पूरे कॉरपोरेट जो हाउसेज हैं उनके खिलाफ में पूरे देश में कॉल दिए हैं कि पुतला दहन किया जाए पूरे देश में। इन 3 कानून को वापस लेने के लिए किसान संघर्ष के साथ सॉलिडरिटी जारी करते हुए सबसे पहले तो हम उन सैनिकों को और उन खिलाड़ियों को सैल्यूट करना चाहेंगे जिन्होंने इस देश को बचाने के लिए अपने अवार्ड जो उन्होंने कितनी मेहनत से जान पे खेल के जो उन्होंने प्राप्त किए हैं उनको वापस लेने का फैसला किया है। उन सैनिकों का और उन खिलाड़ियों का हम सैल्यूट करना चाहेंगे, उनका धन्यवाद करना चाहेंगे। आपकी प्रेस के माध्यम से हम ये समझाना चाहेंगे सरकार को कि इसका मतलब ये निकलता है कि जो देश के सैनिक हैं, देश के सिपाही हैं, देश की सेवा करने वाले जो लोग हैं या देश का नाम रोशन करने वाले जो लोग हैं, वो लोग भी इस आंदोलन को समर्थन दे रहे हैं और ये सरकार इसको खतरे की घंटी समझे। क्योंकि जो पुलिस है, सैनिक है, वो भी हमारे भाई हैं और वो अपने भाइयों के दर्द में, अपने परिवारों के दर्द में इस आंदोलन में जितना उनसे बल पड़ रहा है उतना सहयोग देने के लिए वो तैयार हो गए। तो ये सरकार के लिए एक तरह से खतरे की घंटी है। और दूसरा, सरकार को चेत जाना चाहिए क्योंकि विदेशों की सरकार है, दूसरे देशों की सरकार है, कनाडा के प्रधानमंत्री तक जो है वो किसानों पे जो अत्याचार हुए हैं उनके लिए वो दुख प्रकट कर रहे हैं, उनके लिए वो एक तरह से उनको भी चोट पहुंची है कि जैसे इन्होंने हमारे साथ किया, लठ बरसाए, इन्होंने हमारे सिर पाड़े, इन्होंने पानी के फुहारे मारे, इन्होंने आंसू गैस के गोले छोड़े, एक्सपायर हुए गोले छोड़े, इन्होंने पर्चे दर्ज किए, वो एक अत्याचार उन्होंने कहा है। और हम सरकार को ये भी चेतावनी देना चाहते हैं कि अगर सरकार ने हमारी जल्दी बात ना मानी, अगर सरकार ने इन बातों को जल्दी ना माना तो हो सकता है कल कोई हमें और कदम उठाना पड़े और सरकार को और हमारे ऊपर अत्याचार करने पड़े। उन सब को भी हम सहेंगे जिससे सरकार को और सरकार के लिए खतरा बढ़ सकता है। साडे वड्ड वडेरे गुरु साहिबान उदों तो ये कुछ हुंदा आ रहा है और ये भी हिस्टरी है कि दिल्ली नूं आपां 18 बार फतेह किया है, लेकिन फतेह करके आपां छड्डता, ये बहुत माड़ी गल की। मैं हमेशा ये गल कहना हुन्ना कि जब तुसी कुर्बानियां दे के इन्ना लहू डोल के कुछ चीज़ फतेह करदे हो छड्डना नहीं चाहिए, उन्होंने एडमिनिस्ट्रेशन नाल चलाउणा चाहिए। बंदा सिंह बहादुर जी ने, महाराजा रणजीत सिंह जी, बड़े बड़े साडे जरनैल बहुत कुछ किया, उन्होंने चरणों च प्रणाम है। मेरा ख्याल जिन्ने जरनैल पैदा होए उन्हें गद्दार भी साडे पैदा होए। बंदा सिंह बहादुर जी फतेह करते गए लाहौर तक चले गए। कुछ एडमिनिस्ट्रेटर इहो जिहे छड्ड के जाने चाहिए सी पिछे, जिहड़े राज भाग नूं संभाल लैंदे, वो तैयार करने पैंदे आ। जे आपां महाराजा रणजीत सिंह दे राज की गल करिए तां 16% सिख सी, बाकी सारे हिंदू सी, मुसलमान सी और वो 40 सालों च कदे दंगे नहीं होए, कदे किसी नूं मौत की सज़ा नहीं हुई, कदे किसी धी भैन का रेप नहीं होया, कदे भुखमरी नहीं हुई, कदे किसी नूं मौत की सज़ा नहीं मिली। वो इस करके सी क्योंकि तौल धर्म दया का पूत, जिहदे हिरदे च दया है अपने प्रजा बारे, वो कदे भी जिंदगी च धोखा नहीं खांदा। सो मैं समझदा कि दिल्ली नूं आपां फतेह कीता, अकाली फूला सिंह आए, वो छड्ड के चले गए। एडमिनिस्ट्रेशन दिल्ली च होनी चाहिए सी और मैनूं उम्मीद है कि जे गल कदे फिर दोबारा रब ने लिखी हुई है तो आपां राज उही बंदा कर सकता है जिहड़ा गुरु की सिक्ख्या ते चलदा है, पीर पैगंबरां की सिक्ख्या ते चलदा है। सो मैं समझदा जद भी तुसीं जुल्म करोगे औरंगजेब वांगू, ये ना होवे
ਉਹਦੀ ਕਬਰਾਂ ਤੇ ਕੋਈ ਥੁੱਕਣ ਨਹੀਂ ਜਾਂਦਾ। ਤੁਹਾਨੂੰ ਦੇਖੋ ਕੀ ਹਾਲ ਔਰੰਗਾਬਾਦ 'ਚ। ਤੇ ਕੋਈ ਇਹੋ ਜਿਹਾ ਕੰਮ ਨਾ ਕਰ ਲਿਓ ਜੀ। ਇਹ ਪੰਜਾਬੀ ਕੌਮ ਹੈ, ਪੰਜਾਬ 'ਚ ਰਹਿਣ ਵਾਲੇ ਲੋਕ ਨੇ, ਗੁਰੂ ਘਰ ਦੀ ਨਗਰੀ ਦੇ ਬੱਚੇ ਹੈ। ਤੁਸੀਂ ਇਹਨਾਂ ਨੂੰ ਹਿੱਕ ਨਾਲ ਲਾ ਲਓ, ਠੀਕ ਰਹੋਗੇ। ਜੇ ਇਹਨਾਂ ਨੂੰ ਤੁਸੀਂ ਬਹੁਤ ਜ਼ੁਲਮ ਕੀਤਾ ਤਾਂ ਇਹ ਫਿਰ ਤੁਹਾਡੇ ਗਲਾਂ ਦੀ ਫਾਂਸੀ ਵੀ ਬਣ ਸਕਦਾ ਹੈ। ਇਹ ਟਾਈਮ ਆਉਣਾ ਬੜਾ ਜ਼ਰੂਰੀ ਸੀ, ਕਿਉਂਕਿ ਸਾਡੇ ਆਗੂਆਂ ਨੇ ਪਾਰਟੀਸ਼ਨ ਤੋਂ ਬਾਅਦ ਸਾਡੇ ਸੋ ਕਾਲ ਲੀਡਰ ਨੇ ਜਿਨ੍ਹਾਂ ਦੀ ਗੋਦੀ 'ਚ ਪੈਂਦੇ ਰਹੇ ਹੈ, ਉਹਨਾਂ ਨੇ ਖੂਨ ਚੂਸ ਕੇ ਹੁਣ ਅੱਤ ਹੋ ਗਈ ਸੀ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਸਾਰੇ ਪੰਜਾਬੀ ਭਰਾਵਾਂ ਨੇ ਇਕੱਠੇ ਹੋ ਕੇ ਉਹਨਾਂ ਪਾਰਟੀਆਂ ਨੂੰ ਨਕਾਰਤਾ, ਉਹਨਾਂ ਲੀਡਰਾਂ ਨੂੰ ਨਕਾਰਤਾ। ਨਵਾਂ ਪੰਜਾਬ, ਨਵਾਂ ਸੂਰਜ ਚੜ੍ਹੇਗਾ। ਮੈਂ ਬੜੀ ਵਾਰੀ ਇਹਨਾਂ ਨੂੰ ਗੱਲ ਕਹੀ ਹੈ, ਤੁਸੀਂ ਆਪਣੇ 'ਚੋਂ ਜਰਨੈਲ ਨਹੀਂ ਕੱਢ ਸਕਦੇ, ਆਪਣੇ 'ਚੋਂ ਤੁਸੀਂ ਆਗੂ ਨਹੀਂ ਕੱਢ ਸਕਦੇ। ਸੋ ਮੈਂ ਸਮਝਦਾ ਗੁਰੂ ਮਹਾਰਾਜ ਦੀ ਇੱਕ ਬਹੁਤ ਅਪਾਰ ਕਿਰਪਾ ਹੋਈ ਹੈ। ਅਕਾਲ ਪੁਰਖ ਮਹਾਰਾਜ ਨੇ ਆਖਿਆ ਹੈ ਵੀ ਜੇ ਤੁਸੀਂ ਹੁਣ ਨਾ ਜਾਗੇ ਨਾ ਫਿਰ 100 ਸਾਲ ਪਿੱਛੇ ਚਲੇ ਜਾਓਗੇ। ਸੋ ਮੈਂ ਸਮਝਦਾ ਹੁਣ ਪੰਜਾਬੀ ਲੋਕ ਜਾਗ ਚੁੱਕੇ, ਉਹਨਾਂ ਨੂੰ ਪਤਾ ਲੱਗ ਚੁੱਕਿਆ ਕਿ ਅਸੀਂ ਸਿਆਸਤਦਾਨਾਂ ਦੀ ਗੋਦੀਆਂ 'ਚ ਨਹੀਂ ਬਹਿਣਾ, ਕਿਉਂਕਿ ਉਹ ਗੱਦਾਰ ਨੇ ਜਿਨ੍ਹਾਂ ਨੇ ਖੂਨ ਚੂਸ ਕੇ ਜਿਨ੍ਹਾਂ ਨੂੰ ਆਪਾਂ ਵੋਟਾਂ ਪਾਈਆਂ ਨੇ। ਹੁਣ ਇੱਕ ਨਵਾਂ ਸੂਰਜ ਚੜ੍ਹੇਗਾ। ਮੈਂ ਦੇਖੋ ਪੋਲੀਟੀਕਲ ਸਿਸਟਮ ਬਗੈਰ ਕੋਈ ਚੀਜ਼ ਚੱਲ ਨਹੀਂ ਸਕਦੀ, ਠੀਕ ਹੈ। ਮੈਂ 31 ਜਥੇਬੰਦੀਆਂ ਨੇ, 31 ਲੀਡਰ ਤਾਂ ਆਪਣੇ ਕੋਲ ਹੈਗੇ ਆ। ਅਸੀਂ ਆਪਣਾ ਪੰਜਾਬ ਇਹਨਾਂ ਦੇ ਹੱਥ ਦਿੱਤਾ। ਜੇ ਮਾਸਟਰ ਤਾਰਾ ਸਿੰਘ ਬਲਦੇਵ ਸਿੰਘ ਨਾ ਇਹ ਗੱਲ ਕਰਦੇ, ਉਹ ਸਾਡੇ ਵੱਡੇ ਆਗੂ ਸੀ, ਨਾ ਵਿਕਦੇ, ਸ਼ਾਇਦ ਪੰਜਾਬ ਦਾ ਅੱਜ ਇਹ ਹਾਲ ਨਾ ਹੁੰਦਾ। ਪਰ ਹੁਣ ਮੈਂ ਇਹ ਕਹਿਣਾ ਚਾਹੁੰਦਾ, ਸਾਰੀ ਸ਼ਕਤੀ ਜਵਾਨੀ, ਕਿਉਂਕਿ ਜਵਾਨ ਬੜਾ ਨਿਕਲਿਆ। ਜਿਹੜੀ ਚੀਜ਼ ਮੈਂ ਚਾਹੁੰਦਾ ਸੀ ਨਾ ਵੀ ਜਵਾਨ ਜਿੱਦਣ ਇਕੱਠਾ ਹੋ ਗਿਆ ਉਸ ਦਿਨ ਪੰਜਾਬ ਦੀ ਗੱਲ ਬਣੇਗੀ। ਔਰ ਅੱਜ ਜਵਾਨੀ ਨੂੰ ਦੇਖ ਕੇ ਲੱਗਦਾ ਹੈ ਕਿ ਆਪਾਂ ਪੰਜਾਬ 'ਚ ਨਵਾਂ ਸੂਰਜ ਚੜਾਵਾਂਗੇ। ਆਪਣੀ ਸਿਆਸਤ ਦਾ ਵੀ, ਸਾਡੀ ਹੋਂਦ ਦਾ ਵੀ, ਸਾਡੇ ਵੱਡ ਵਡੇਰਿਆਂ ਦੀ ਇੱਜ਼ਤ ਦਾ ਵੀ, ਤੇ ਸਾਡੇ ਗੁਰੂਰ ਦਾ ਵੀ, ਜਿਹੜਾ ਕਿ ਸਾਨੂੰ ਗੁਰੂਆਂ ਨੇ ਦਿੱਤਾ ਹੈ। ਦੁਨੀਆ ਦੇ ਹਰ ਕੋਨੇ ਦੀ ਨਿਊਜ਼ ਤੁਹਾਡੀ ਆਪਣੀ ਭਾਸ਼ਾ ਵਿੱਚ 24 ਆਵਰਸ ਲਾਈਵ ਨਿਊਜ਼ ਚੈਨਲ ਫਾਸਟਵੇ ਟੀਵੀ ਅਤੇ ਸਾਡੇ YouTube ਚੈਨਲ ਫਾਸਟਵੇ ਟੀਵੀ USA ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰੋ ਤਾਂ ਕਿ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ। ਤੁਸੀਂ ਫਾਸਟਵੇ ਟੀਵੀ ਵੀ Facebook ਤੇ ਲਾਈਵ ਵੇਖ ਸਕਦੇ ਹੋ। ਫਾਸਟਵੇ ਟੀਵੀ ਦੀ ਐਪ ਤੁਸੀਂ ਐਪਲ ਅਤੇ ਐਂਡਰੋਇਡ ਫੋਨ ਤੇ ਡਾਊਨਲੋਡ ਕਰ ਸਕਦੇ ਹੋ। ਵਰਲਡ ਦੇ ਸਾਰੇ IPTV ਤੇ ਦੇਖਿਆ ਜਾਣ ਵਾਲਾ ਫਾਸਟਵੇ ਟੀਵੀ ਚੈਨਲ। ਜੇਕਰ ਤੁਸੀਂ ਆਪਣੇ ਇਲਾਕੇ ਦੀ ਕੋਈ ਵੀ ਨਿਊਜ਼ ਜਾਂ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਤੇ ਸੰਪਰਕ ਕਰੋ 9177469910। ਤੁਹਾਡਾ ਆਪਣਾ ਫਾਸਟਵੇ ਟੀਵੀ ਚੈਨਲ। ਰਾਜਨੀਤੀ ਦੇ ਦਾਅ ਪੇਚ ਹੋਣ ਜਾਂ ਖੇਡਾਂ ਦੀ ਰਾਜਨੀਤੀ, ਗੱਲ ਹੋਵੇ ਸਿਨੇਮਾ ਦੀ ਚਕਾਚੌਂਧ ਦੀ ਜਾਂ ਅਪਰਾਧ ਦੇ ਅਤਿਆਚਾਰ ਦੀ, ਆਮ ਹੋ ਜਾਂ ਖਾਸ, ਨੇਤਾ ਹੋ ਜਾਂ ਕਲਾਕਾਰ, ਗੱਲ ਸਮਾਜ ਦੇ ਹਰ ਪੱਖ ਦੀ, ਹਰ ਖਬਰ ਦਾ ਹੁੰਦਾ ਵੱਖਰਾ ਅੰਦਾਜ਼, ਹਰ ਖਬਰ ਦੀ ਹੁੰਦੀ ਵੱਖਰੀ ਜਿਹੀ ਗੱਲ। ਬਸ ਲੋੜ ਹੈ ਥੋੜੇ ਜਿਹੇ ਹੌਸਲੇ ਦੀ, ਸੱਚ ਕਹਿਣ ਅਤੇ ਸੱਚ ਵਿਖਾਉਣ ਦੀ ਹਿੰਮਤ। ਇਸੇ ਹਿੰਮਤ ਦੇ ਨਾਲ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਤੁਹਾਡਾ ਆਪਣਾ ਫਾਸਟਵੇ ਟੀਵੀ ਚੈਨਲ।